ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਇਸ ਤੋਂ ਪਹਿਲਾਂ 9ਵੀਂ 10ਵੀਂ ਦਾ ਜਿਹੜਾ ਨਾਵਲ ਹੈ ਇੱਕ ਹੋਰ ਨਵਾਂ ਸਾਲ, ਉਸ ਦੀਆਂ 2 ਵੀਡੀਓਜ਼ ਆ ਚੁੱਕੀਆਂ ਨੇ ਤੇ ਤੀਜੀ ਵੀਡੀਓ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜੇਕਰ ਅਜੇ ਤੱਕ ਵੀ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਕਰ ਲਵੋ ਅਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਉਸ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਇੱਕ ਹੋਰ ਨਵਾਂ ਸਾਲ ਨਾਵਲ ਦੀ ਤੀਸਰੀ ਵੀਡੀਓ। ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ ਕਿ ਬੰਤਾ ਜਿਹੜਾ ਹੈ ਰਿਕਸ਼ਾ ਚਲਾ ਰਿਹਾ ਹੈ ਤੇ ਉਹਦੇ ਰਿਕਸ਼ੇ ਦੇ ਉੱਪਰ ਇੱਕ ਨਵਾਂ ਵਿਆਹਿਆ ਜੋੜਾ ਬੈਠਾ ਹੈ ਤੇ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਤੇ ਗੱਲਾਂ ਵਿੱਚ ਗੱਲ ਹੋ ਜਾਂਦੀ ਹੈ ਸਰਦੀ ਦੀ ਤੇ ਉਹ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ। ਤਾਂ ਬੰਤਾ ਆਪਣੇ ਮਨ ਦੇ ਵਿੱਚ ਕੀ ਸੋਚਦਾ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਸੁਣੋ। ਤੂੰ ਮੇਰੇ ਵੱਲ ਦਾ ਏ ਬੱਲਿਆ, ਸਰਦੀ ਨੇ ਤਾਂ ਕੜਾਕੇ ਕੱਢ ਦਿੱਤੇ ਇਸ ਵਾਰੀ। ਜੇ ਸ਼ਾਹ ਲੋਕਾਂ ਨੇ ਵੱਡੇ ਵੱਡੇ ਮੁੱਢ ਨਾ ਸੁਟਾਏ ਹੁੰਦੇ ਬਾਜ਼ਾਰਾਂ ਵਿੱਚ ਤਾਂ ਸਾਡੇ ਵਰਗੇ ਤਾਂ ਮਰ ਹੀ ਗਏ ਹੁੰਦੇ। ਜਦੋਂ ਕਦੀ ਵੇਲ ਮਿਲਦੀ ਹੈ ਅੱਗ ਸੇਕ ਲਈਦੀ ਹੈ ਮੁੱਢ ਦੇ ਕੋਲ ਬਹਿ ਕੇ। ਦਿਨੇ ਰਾਤ ਧੁਖਦੇ ਰਹਿੰਦੇ ਆ ਇਹ ਮੁੱਢ। ਕਿੰਨੇ ਦਿਆਲੂ ਹੁੰਦੇ ਆ ਕੁਝ ਬੰਦੇ ਵੀ, ਕਈ ਤਾਂ ਛਕਦੇ ਆ ਵੰਡ ਕੇ ਤੇ ਕਈ ਆਪਣੀ ਗੋਗੜੀ ਭਰੀ ਜਾਂਦੇ ਆ। ਇਹ ਵੀ ਕੋਈ ਗੱਲ ਹੋਈ, ਆਪੇ ਖਾਈ ਜਾਓ ਆਪੇ ਖਾਈ ਜਾਓ। ਓਏ ਖੌਫ ਕਰੋ ਰੱਬ ਦਾ, ਭੁਲਾ ਹੀ ਬੈਠੇ ਹੋ ਉਸ ਨੂੰ। ਕਿਸੇ ਦੇ ਹੱਥਾਂ ਵੱਲ ਨਹੀਂ ਵੇਖੀਦਾ, ਦਸਾਂ ਨੌਹਾਂ ਦੀ ਕਿਰਤ ਕਰੀਦੀ ਆ ਆਪਾਂ। ਸਭ ਆਪਣਾ ਹੀ ਸਵਾਰਥ ਵੇਖਦੇ ਆ ਇੱਥੇ। ਬੇਸ਼ੱਕ ਹੈਗੇ ਨੇ ਚੰਗੇ ਬੰਦੇ ਹਾਲੇ ਵੀ ਇਸ ਦੁਨੀਆ ਦੇ ਵਿੱਚ, ਪਰ ਹਨ ਬਹੁਤ ਘੱਟ। ਫਿਰ ਬੱਚੋ ਦੁਬਾਰਾ ਉਹਨਾਂ ਦੀ ਗੱਲਬਾਤ ਸਾਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਕਿ ਨਵਾਂ ਵਿਆਹਿਆ ਜੋੜਾ ਉਹਦੇ ਰਿਕਸ਼ੇ ਤੇ ਬੈਠਾ ਹੈ, ਉਹ ਆਪਸ ਦੇ ਵਿੱਚ ਕੀ ਗੱਲਾਂ ਕਰ ਰਹੇ ਨੇ। ਬੀਜੀ ਵੱਲ ਚੱਲਣਾ ਹੈ ਅੱਜ ਸ਼ਾਮ ਨੂੰ, ਭੁੱਲ ਨਾ ਜਾਇਓ। ਹਾਲੇ ਪਰਸੋਂ ਤਾਂ ਗਏ ਸੀ ਉੱਥੇ, ਰੋਜ਼-ਰੋਜ਼ ਜਾਣਾ ਵੀ ਚੰਗਾ ਨਹੀਂ ਲੱਗਦਾ ਸਹੁਰੇ ਘਰ। ਬੜੀ ਜਲਦੀ ਅੱਕ ਗਏ ਹੋ, ਹਾਲੇ ਤਾਂ 2 ਮਹੀਨੇ ਵੀ ਨਹੀਂ ਹੋਏ ਵਿਆਹ ਨੂੰ। ਤਦੇ ਤਾਂ ਕਹਿਣਾ ਵਾਂ ਕਿ ਜਾਣਾ ਹੋਇਆ ਘੜੀ ਮੁੜੀ ਐਨੀ ਛੇਤੀ। ਬੜੇ ਸ਼ਰਾਰਤੀ ਹੋ ਤੁਸੀਂ, ਕਿੱਧਰ ਦੀ ਗੱਲ ਕਿੱਧਰ ਲੈ ਗਏ। ਸੰਤਾਂ ਅਸੀਂ ਤਾਂ ਜੋ ਮਨ ਆਇਆ ਕਹਿ ਦਿੰਨੇ ਆ। ਕਿੰਨੀ ਉੱਚੀ ਬੋਲਦੇ ਹੋ ਤੁਸੀਂ, ਰਿਕਸ਼ੇ ਵਾਲਾ ਸੁਣਦਾ ਪਿਆ ਏ। ਫਿਰ ਕੀ ਏ, ਸੁਣਦਾ ਰਵੇ, ਸਾਨੂੰ ਕੀ। ਹਾਂ ਕਿਸੇ ਨੂੰ ਕੀ, ਕੋਈ ਜੋ ਮਰਜ਼ੀ ਹੈ ਕਹਿੰਦਾ ਰਹੇ, ਕੋਈ ਜੋ ਮਰਜ਼ੀ ਹੈ ਸੁਣਦਾ ਰਹੇ, ਕਿਸੇ ਨੂੰ ਕਿਸੇ ਨਾਲ ਕੀ। ਫਿਰ ਬੰਤਿਆ ਤੂੰ ਹੈ ਵੀ ਕੀ, ਤੈਨੂੰ ਕੌਣ ਸਿਆਣਦਾ ਏ ਇੱਥੇ। ਤੂੰ ਮਾਰੀ ਜਾ ਪੈਡਲ ਤੇ ਸੁਣੀ ਜਾ ਗੱਲਾਂ ਚੁੱਪ ਕਰਕੇ। ਵੇਖੀ ਜਾ ਰੰਗ ਕਰਤਾਰ ਦੇ, ਐਵੇਂ ਨਾ ਝੁਰਿਆ ਕਰ ਗੱਲ ਗੱਲ ਤੇ। ਤੇਰੇ ਕੋਲ ਵੀ ਸਭ ਕੁਝ ਏ, ਬੀਵੀ ਏ, ਬੱਚੇ ਨੇ, ਮਾਂ ਏ, ਭਾਵੇਂ ਉਹ ਪਿੰਡ ਹੀ ਰਹਿੰਦੀ ਏ। ਆ ਗਈ ਸੀ ਸਾਡੇ ਕੋਲ ਮੇਰੇ ਵਿਆਹ ਤੋਂ ਪਿੱਛੋਂ, ਪਰ ਐਵੇਂ ਖੈਬੜ ਹੋ ਗਈ ਸੀ ਨੂੰਹ ਸੱਸ ਵਿੱਚ। ਕਹਿਣ ਲੱਗੀ ਮੈਨੂੰ ਛੱਡਿਆ, ਮੈਂ ਕਿਸੇ ਦੇ ਘਰੇ ਭਾਂਡੇ ਮਾਂਜ ਲਊਂਗੀ, ਪਰ ਮੈਂ ਇੱਥੇ ਨਹੀਂ ਰਹਿਣਾ। ਚੰਗਾ ਬਈ ਨਾ ਰਹੋ ਇੱਥੇ, ਹੋਰ ਕੀ ਕਹਿੰਦਾ ਮੈਂ। ਮਹੀਨੇ 2 ਮਹੀਨਿਆਂ ਵਿੱਚ ਪਿੱਛੋਂ ਉੱਥੇ ਜਾਈਦਾ ਤੇ ਪਿੰਡ ਵਿੱਚ ਮਿਲ ਗਿਲ ਵੀ ਆਈਦਾ ਬੇਬੇ ਨੂੰ, ਨਾਲੇ 2-4 ਛਿੱਲੜ ਫੜਾ ਆਈਦੇ ਐ ਉਸਨੂੰ। ਹੁਣ ਤਾਂ ਉਸ ਦੀਆਂ ਅੱਖਾਂ ਜਾਂਦੀਆਂ ਰਹੀਆਂ, ਦੋਨੇ ਅੱਖਾਂ ਦਾ ਆਪਰੇਸ਼ਨ ਹੋਇਆ। ਚੱਲ ਕੋਈ ਨਹੀਂ, ਕਰ ਦਿਆਂਗੇ ਕੁਝ ਨਾ ਕੁਝ ਉਹਦੀ ਸੇਵਾ। ਅੱਗੇ ਤਾਂ ਰਸਤਾ ਬੰਦ ਹੈ ਜੀ, ਰੋਕਦੇ ਇੱਥੇ ਹੀ, ਪਹੁੰਚ ਤਾਂ ਗਏ। ਲੈ ਫੜ ਰੁਪਈਆ। ਬੰਤਿਆ ਲਾ ਰਿਕਸ਼ਾ ਇੱਕ ਪਾਸੇ, ਹੋ ਹੀ ਨਾ ਆਈਏ ਮੰਦਰ। ਕਿੰਨੀ ਕੁ ਦੇਰ ਲੱਗ ਜਾਊ, ਬਸ ਆਉਣ ਜਾਣੀ ਕਰਨਾ। ਕਰ ਫਿਰ ਰਿਕਸ਼ਾ ਖੜਾ ਐਸ ਗਲੀ ਵਿੱਚ, ਕਾਫੀ ਖੁੱਲੀ ਥਾਂ ਏ, ਜੰਦਰਾ ਵੀ ਮਾਰ ਦਿੰਨੇ ਆ ਚੈਨ ਨੂੰ, ਚੰਗੀ ਹੁੰਦੀ ਆ ਹਿਫਾਜ਼ਤ। ਆਪਾਂ ਹਮੇਸ਼ਾ ਸੀਟ ਦੇ ਥੱਲੇ ਵਾਲੇ ਖਾਨੇ ਵਿੱਚ ਰੱਖਦੇ ਆ ਜੰਦਰਾ। ਐਨੇ ਨੂੰ ਬੱਚੋ ਹੋਰ ਸਵਾਰੀਆਂ ਆ ਜਾਂਦੀਆਂ ਨੇ ਤੇ ਉਹਨੂੰ ਪੁੱਛਣਾ ਸ਼ੁਰੂ ਕਰ ਦਿੰਦੀਆਂ ਨੇ, ਚੱਲੇਗਾ ਬਈ ਓਏ। ਨਹੀਂ ਜੀ, ਪਹਿਲਾਂ ਮੱਥਾ ਟੇਕਣ ਜਾਣਾ ਹੈ। ਹਾਲੇ ਤਾਂ ਬਾਹਲੀ ਭੀੜ ਹੈ ਅੰਦਰ, ਸਾਨੂੰ ਕਾਰਾ ਉੱਥੋਂ ਤੱਕ। ਜਾਣਾ ਕਿੱਥੇ ਆ ਤੁਸੀਂ? ਰਾਮਾਨੰਦ ਦੇ ਬਾਗ, 75 ਪੈਸੇ ਲੱਗਣਗੇ। ਚੱਲ ਬੈਠੋ। ਲਿਆਣਾ ਮੂੰਹ ਜਵਾਕ ਮੈਨੂੰ ਫੜਾ ਦੇ। ਤਾਂ ਇਸ ਤਰ੍ਹਾਂ ਇੱਕ ਹੋਰ ਪਰਿਵਾਰ ਉਸਦੇ ਰਿਕਸ਼ੇ ਦੇ ਉੱਪਰ ਬੈਠ ਜਾਂਦਾ ਹੈ। ਉਹ ਦੋਵੇਂ ਬੈਠ ਗਏ ਮਲੱਕੜੇ ਹੀ 30-35 ਤੋਂ ਉੱਪਰ ਹੀ ਸਨ। ਉਹ ਦੋਵੇਂ ਤੀਵੀਂ ਮਰਦ, ਬਾਵਾ ਸਿਹਤ ਸੀ ਦੋਨਾਂ ਦੀ ਤੇ ਕੱਪੜੇ ਵੀ ਚੰਗੇ ਪਾਏ ਹੋਏ ਸਨ ਉਹਨਾਂ ਨੇ। ਖੌਰੇ ਕਾਕੇ ਨੂੰ ਮੱਥਾ ਟਿਕਾਉਣ ਲਿਆਏ ਸਨ ਦਰਬਾਰ ਸਾਹਿਬ। 2 ਕੁ ਮਹੀਨਿਆਂ ਦਾ ਬੱਚਾ ਸੀ ਉਹਨਾਂ ਦੇ ਕੁੱਛੜ। ਮੈਂ 2-4 ਪੈਡਲ ਹੀ ਮਾਰੇ ਸਨ ਕਿ ਉਹ ਕਹਿਣ ਲੱਗਾ, 75 ਪੈਸਿਆਂ ਦੀ ਕੋਈ ਗੱਲ ਨਹੀਂ, ਭਾਵੇਂ ਤੂੰ ਰੁਪਈਆ ਲੈ ਲੈ, ਪਰ ਰਾਮਾਨੰਦ ਦਾ ਬਾਗ ਹੈ ਨੇੜੇ ਹੀ। ਬੜੀ ਭੀੜ ਹੈ ਜੀ ਬਾਜ਼ਾਰਾਂ ਵਿੱਚ, ਕਿੰਨਾ ਹੀ ਚਿਰ ਲੱਗ ਜਾਂਦਾ ਥੋੜੀ ਜਿਹੀ ਵਾਟ ਜਾਂਦਿਆਂ। ਚੱਲ ਕੋਈ ਨਹੀਂ, ਅਸੀਂ ਤੈਨੂੰ ਰੁਪਈਆ ਹੀ ਦੇਵਾਂਗੇ। ਹੱਕ ਤਾਂ ਮੇਰਾ 75 ਪੈਸਿਆਂ ਦਾ ਹੀ ਬਣਦਾ ਜੀ। ਕੀ ਹੋਇਆ ਫਿਰ, ਅਸੀਂ ਧਨ ਦੌਲਤ ਕੋਈ ਨਾਲ ਤਾਂ ਨਹੀਂ ਲੈ ਜਾਣੀ, ਸਭ ਕੁਝ ਇੱਥੇ ਹੀ ਰਹਿ ਜਾਣਾ। ਠੀਕ ਹੈ ਜੀ ਤੁਹਾਡੀ ਗੱਲ, ਪਰ ਕੋਈ ਕੋਈ ਸਮਝਦਾ ਇਸ ਗੱਲ ਨੂੰ। ਲੈ ਸਾਡੇ ਵੱਲ ਵੇਖ, 5 ਕੁੜੀਆਂ ਤੋਂ ਹੋਇਆ ਇਹ ਕਾਕਾ। ਜੇ ਨਾ ਹੁੰਦਾ ਤਾਂ ਘਰ-ਬਾਰ ਕੌਣ ਸਾਂਭਦਾ। ਸ਼ੁਕਰ ਹੈ ਵਾਹਿਗੁਰੂ ਦਾ, ਉਹਦੇ ਘਰ ਕਾਹਦੀ ਘਾਟ ਹੈ। ਇੰਨੀਆਂ ਜ਼ਮੀਨਾਂ ਨੇ ਆਪਣੇ ਕੋਲ ਕਿ 5 ਪੁੱਤਰ ਹੁੰਦੇ ਤਾਂ ਵੀ ਰੱਜ ਰੱਜ ਕੇ ਖਾਂਦੇ। ਕੋਈ ਨਹੀਂ ਜੀ, ਜੋੜੀ ਰਲਾ ਦਊਗਾ ਉਹ ਛੇਤੀ ਹੀ।
ਫਿਰ ਬੰਤਾ ਸੋਚਣ ਲੱਗਦਾ ਹੈ, ਆਪਣਾ ਫੁੰਮਣ ਹੈ ਨਾ ਜਿਵੇਂ ਬੰਤਿਆ, ਜੇਕਰ ਉਹਦੀ ਜੋੜੀ ਰਲਾ ਦਿੰਦਾ ਨੀਲੀ ਛੱਤ ਵਾਲਾ ਤਾਂ ਕੀ ਗੱਲ ਸੀ। ਹੁਣ ਵੀ ਸ਼ੁਕਰ ਹੈ ਉਸਦਾ, ਜੇਕਰ ਇੱਕ ਵੀ ਨਾ ਦਿੰਦਾ ਫਿਰ ਆਪਾਂ ਕੀ ਕਰ ਲੈਂਦੇ। ਤਾਂ ਆਪਣਾ ਰਿਕਸ਼ਾ ਕੌਣ? ਓਏ ਮੂਰਖਾ, ਇਹ ਕੀ ਗੱਲਾਂ ਸੋਚੀ ਜਾ ਰਿਹਾ? ਫੁੰਮਣ ਤੇਰਾ ਰਿਕਸ਼ਾ ਥੋੜੀ ਸਾਂਭੇਗਾ। ਇਹ ਕਿਹੜਾ ਕੋਈ ਜ਼ਮੀਨ ਜਾਂ ਹਵੇਲੀ ਹੈ ਜਿਹੜੀ ਉਹਨੇ ਸਾਂਭਣੀ ਹੈ। ਆਪਣੇ ਕੋਲ ਹੋਰ ਹੈ ਵੀ ਕੀ ਬੰਤਿਆ ਉਹਦੇ ਸਾਂਭਣ ਜੋਗਾ। ਕਿਉਂ ਹੈ ਕਿਉਂ ਨਹੀਂ, ਹੌਸਲਾ ਚਾਹੀਦਾ ਬੰਦੇ ਕੋਲ। ਜਿਹਦੇ ਕੋਲ ਹੌਸਲਾ ਨਹੀਂ ਉਹਦੇ ਕੋਲ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਕੁਝ ਵੀ ਨਹੀਂ। ਇਹਨਾਂ ਨੂੰ ਫਿਰ ਉਹਨਾਂ ਦੀ ਆਪਸੀ ਵਾਰਤਾਲਾਪ ਸ਼ੁਰੂ ਹੋ ਜਾਂਦੀ ਹੈ। ਜਿਹੜਾ ਪਰਿਵਾਰ ਉਹਦੇ ਰਿਕਸ਼ੇ ਉੱਪਰ ਬੈਠਾ ਹੈ, ਕਰ ਦਿੱਤਾ ਇਹ ਪਿਸ਼ਾਬ ਇਹਨੇ ਤਾਂ, ਲੈ ਫੜਾ ਦੇ ਮੈਨੂੰ। ਨਹੀਂ ਹੁਣ ਮਾਸੀ ਜੀ ਦੇ ਘਰ ਜਾ ਕੇ ਹੀ ਬਦਲਾਂਗੇ ਇਹਦੇ ਕੱਪੜੇ, ਬੜੇ ਚਿਰ ਦਾ ਸੁੱਤਾ ਹੋਇਆ। ਲੈ ਤੇਰੀ ਸੁਖਣਾ ਵੀ ਲਾ ਦਿੱਤੀ। ਤੂੰ ਕਹਿੰਦੀ ਹੁੰਦੀ ਸੀ ਜੇ ਕਾਕਾ ਹੋਇਆ ਤਾਂ ਪੰਜਾਂ ਦਾ ਪ੍ਰਸ਼ਾਦ ਕਰਾਵਾਂਗੇ, ਨਾਲੇ ਦਰਬਾਰ ਸਾਹਿਬ ਵੀ ਮੱਥਾ ਟੇਕਾਂਗੇ। ਉਹ ਤਾਂ ਸ਼ੁਕਰ ਹੈ ਵਾਹਿਗੁਰੂ ਦਾ, ਪਰ ਸ਼ਰੀਕ ਤਾਂ ਜਿਵੇਂ ਸੜ ਕੇ ਸਵਾਹ ਹੋ ਗਏ। ਛੱਡ ਉਹਨਾਂ ਦੀ ਗੱਲ ਨਾ ਮੋਹ। ਜੇ ਕਾਕਾ ਨਾ ਹੁੰਦਾ ਤਾਂ ਮੈਂ ਸਾਰੀ ਜ਼ਮੀਨ ਕੁੜੀਆਂ ਦੇ ਨਾਂ ਹੀ ਲਵਾ ਦੇਣੀ ਸੀ। ਹੁਣ ਤਾਂ ਕੁੜੀਆਂ ਵੀ ਉਨੀਆਂ ਹੀ ਵਾਰਸ ਹੈ ਜਿੰਨੇ ਕਿ ਮੁੰਡੇ। ਚੱਲ ਹੁਣ ਸਾਂਭੂ ਜ਼ਮੀਨ ਮੇਰਾ ਸ਼ਿੰਦਾ, ਪਰ ਕੁੜੀਆਂ ਦਾ ਹੱਕ ਵੀ ਆਪਾਂ ਨਹੀਂ ਰੱਖਣਾ। ਹੁਣ ਤੈਨੂੰ ਕੁੜੀਆਂ ਦਾ ਹੇਜ ਵੀ ਜਾਗ ਪਿਆ, ਨਹੀਂ ਤੇ ਕਹਿੰਦਾ ਹੁੰਦਾ ਸੀ ਕੀ ਹੈ ਜ਼ਿੰਦਗੀ ਮੁੰਡੇ ਬਿਨਾਂ, ਮੈਂ ਤਾਂ ਨਵਾਂ ਵਿਆਹ ਕਰਵਾ ਲੈਣਾ। ਚਲੋ ਇਹ ਗੱਲਾਂ ਕਰਦਿਆਂ ਕਰਦਿਆਂ ਬੰਤਾ ਸੋਚਣ ਲੱਗ ਜਾਂਦਾ ਹੈ, ਤੂੰ ਵੀ ਛੱਡ ਦੇ ਬੰਤਿਆ ਹੁਣ ਪੁਰਾਣੀਆਂ ਗੱਲਾਂ, ਕਰ ਕੋਈ ਨਵੀਂ ਗੱਲ। ਕਿਸ ਤਰ੍ਹਾਂ ਦੀ ਭਲਾ? ਬਸ ਨਵੀਂ ਹੋਵੇ। ਲੈ ਸੁਣ, ਆਪਾਂ ਵੀ ਆਪਣਾ ਦੋਹਾਂ ਕਾਕੀਆਂ ਨੂੰ ਓਨਾ ਹੀ ਪੜ੍ਹਾਵਾਂਗੇ ਜਿੰਨਾ ਕਿ ਫੁੰਮਣ ਨੂੰ। ਬੱਚੋ ਆਹ ਵਾਲਾ ਜਿਹੜਾ ਡਾਇਲੋਗ ਹੈ, ਵਾਰਤਾਲਾਪ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਇਹ ਚੀਜ਼ ਹੈ ਜਿਹੜੀ, ਇਹ ਗੱਲ ਹੈ ਬੰਤਾ ਆਪਣੇ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਆਪਾਂ ਵੀ ਆਪਣੀਆਂ ਦੋਹਾਂ ਕਾਕੀਆਂ ਨੂੰ ਓਨਾ ਹੀ ਪੜ੍ਹਾਉਣਾ ਹੈ ਜਿੰਨਾ ਕਿ ਫੁੰਮਣ ਨੂੰ। ਫੀਸਾਂ ਕਿੱਥੋਂ ਦੇਵੇਂਗਾ? ਫੀਸਾਂ ਕਿਹੜੀਆਂ ਲੱਗਦੀਆਂ ਇੰਨੀਆਂ? ਨਾਲੇ ਹੁਣ ਤਾਂ ਦਾਜ ਦੇਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪੜ੍ਹਾਉਣਾ ਲਿਖਾਉਣਾ। ਬਈ ਹੱਦ ਕਰ ਦਿੱਤੀ ਆ ਬੰਤਿਆ ਤੂੰ ਦਾਜ, ਸੱਚੀ ਮੁੱਚੀ ਨਵੀਆਂ ਗੱਲਾਂ ਹੀ ਕਰੀ ਜਾਣਾ। ਸ਼ਾਬਾਸ਼ ਤੇਰੇ। ਅੱਗੋਂ ਫਿਰ ਉਸ ਪਤੀ ਪਤਨੀ ਦੀ ਵਾਰਤਾਲਾਪ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਆਪਸ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ। ਬੰਤਾ ਕੀ ਸੋਚਦਾ ਹੈ, ਤਾਰੋ ਨੂੰ ਵੀ ਇੱਲ ਦਾ ਕੋਕੋ ਨਹੀਂ ਸੀ ਆਉਂਦਾ, ਬਸ ਕੱਚੀ ਪੱਕੀ ਪਾਸ ਹੈ, ਇਸ ਤੋਂ ਅੱਗੇ ਨਹੀਂ ਗਈ। ਜੇ ਕਿਤੇ ਪੜ੍ਹ ਜਾਂਦੀ ਤਾਰੋ, ਪਰ ਬੰਤਿਆ ਇਹ ਵੀ ਤਾਂ ਸੋਚ, ਜੇ ਪੜ੍ਹ ਜਾਂਦੀ ਤਾਂ ਤੇਰੇ ਨਾਲ ਵਿਆਹ ਕਰਵਾਉਂਦੀ। ਕਿਉਂ ਫੇਰ ਕੀ ਸੀ, ਆਪਾਂ ਨਾ ਪੜ੍ਹ ਲੈਂਦੇ ਹੋਰ। ਹੁਣ ਪੜ੍ਹ ਲੈ, ਸੋਚਦਾ ਕੀ ਹੈ? ਹੁਣ ਨਹੀਂ ਪੜ੍ਹਿਆ ਜਾਂਦਾ, ਵੇਲਾ ਹੁੰਦਾ ਏ ਪੜ੍ਹਨ ਲਿਖਣ ਦਾ। ਵੇਲਾ ਇੱਕ ਵਾਰ ਹੱਥੋਂ ਨਿਕਲਿਆ ਹੋਇਆ ਮੁੜ ਨਹੀਂ ਆਉਂਦਾ। ਚੰਗਾ ਫਿਰ ਰੋਕ ਦੇ ਰਿਕਸ਼ਾ, ਆ ਗਈ ਰਾਮਾਨੰਦ ਦਾ ਬਾਗ। ਲੈ ਬਈ ਫੜ ਰੁਪਈਆ, 4 ਆਨੇ ਲੈ ਲਓ ਜੀ। ਚੱਲ ਰਹਿਣ ਦੇ, ਰੱਖ ਆਪਣੇ ਕੋਲ ਹੀ। ਚੰਗਾ ਬੰਦਾ ਏ, ਬਾਕੀ ਦੇ ਪੈਸੇ ਲੈ ਕੇ ਹੀ ਨਹੀਂ ਗਿਆ। ਉਂਝ ਹੈ ਰੂਹ ਵਾਲਾ, ਮੇਰੇ ਵਰਗੇ ਕਈ ਕੰਮ ਕਰਦੇ ਹੋਣਗੇ ਇਹਦੇ ਖੇਤਾਂ ਵਿੱਚ, ਉਹਨਾਂ ਨੂੰ ਵੀ ਇੰਝ ਹੀ ਦਿੰਦਾ ਹੋਊਗਾ ਖੁੱਲੇ ਗੱਫੇ। ਉਂਝ ਸੱਚੀ ਗੱਲ ਪੁੱਛ ਬੰਤਿਆ, ਜੇ ਕੋਈ ਹੱਕ ਤੋਂ ਵੱਧ ਦੇ ਜਾਵੇ ਤਾਂ ਚੰਗਾ ਜਿਹਾ ਨਹੀਂ ਲੱਗਦਾ, ਮਨ ਝੂਠਾ ਪੈ ਜਾਂਦਾ, ਜਿਵੇਂ ਕਿਸੇ ਨੇ ਦਾਨ ਦਿੱਤਾ ਹੋਵੇ, ਜਾਂ ਜਿਵੇਂ ਕੋਈ ਕਵੇ ਕਿ ਐ ਲੈ ਫੜ, ਇਹ ਵੀ ਚੁੱਕ। ਇਸ ਤਰ੍ਹਾਂ ਨੀਵਾਂ ਹੋਣਾ ਪੈਂਦਾ ਬੰਦੇ ਨੂੰ। ਕਿਰਤੀ ਨੂੰ ਉਹਦਾ ਹੱਕ ਮਿਲਣਾ ਚਾਹੀਦਾ, ਹੋਰ ਕੁਝ ਨਹੀਂ। ਉਹੀ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ, ਅੱਛਾ ਬੋਨਸ, ਹਾਂ ਹਾਂ ਬੋਨਸ, ਪਰ ਕਮਲਿਆ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਕੋਈ ਬੋਨਸ ਨਹੀਂ ਮਿਲਦਾ। ਚੱਲ ਮੋੜ ਹੁਣ ਬੰਤਿਆ ਰਿਕਸ਼ਾ ਇੱਕ ਪਾਸੇ, ਅੱਗੋਂ ਗੱਡਾ ਆਉਂਦਾ ਈ ਬੋਰੀਆਂ ਨਾਲ ਲੱਦਿਆ ਹੋਇਆ। ਹੁਣ ਕਿੱਧਰ ਚੱਲਣ ਦੀ ਮਰਜ਼ੀ ਹੈ ਤੇਰੀ? ਜਲਿਆਂ ਵਾਲੇ ਬਾਗ ਅੱਗੇ ਨਾ ਖੜੇ ਹੋਈਏ ਚੱਲ ਕੇ। ਮੋੜ ਰਿਕਸ਼ਾ ਤੇ ਮਾਰ 5-7 ਪੈਡਲ, ਉਹ ਸਾਹਮਣੇ ਹੀ ਹੈ ਜਲਿਆਂ ਵਾਲਾ ਬਾਗ, ਜਿੱਥੇ ਆਂਦੇ ਐ ਸ਼ਹੀਦਾਂ ਦਾ ਲਹੂ ਡੁੱਲਿਆ ਸੀ ਵਿਸਾਖੀ ਵਾਲੇ ਦਿਨ। ਬਹੁਤ ਪਹਿਲਾਂ ਦੀ ਗੱਲ ਹੈ, ਖਬਰੇ 50 ਵਰ੍ਹੇ ਹੋ ਗਏ ਹੋਣ ਕਿ ਇਸ ਤੋਂ ਵੀ ਵੱਧ। ਅੰਨ੍ਹੇਵਾਹ ਗੋਲੀ ਚਲਾ ਦਿੱਤੀ ਸੀ ਅੰਗਰੇਜ਼ ਨੇ, ਭੁੰਨ ਦਿੱਤਾ ਸੀ ਇੱਕ ਇੱਕ ਕਰਕੇ ਦੇਸ਼ ਭਗਤਾਂ ਨੂੰ। ਇੱਕ ਖੂਹ ਹੈ ਇਸ ਬਾਗ ਵਿੱਚ ਇੱਕ ਪਾਸੇ ਜਿਹੇ, ਉਸ ਵਿੱਚ ਇੰਨੇ ਲੋਕ ਡਿੱਗ ਪਏ ਸੀ ਕਿ ਖੂਨ ਨਾਲ ਨੱਕੋ ਨੱਕ ਭਰ ਗਿਆ। ਹੁਣ ਇਹ ਵੀ ਯਾਦ ਕਰੋ, ਇਹ ਗੱਲ ਸੁਣ ਕੇ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਆ। ਕੰਧਾਂ ਉੱਤੇ ਗੋਲੀਆਂ ਦੇ ਨਿਸ਼ਾਨ ਵੇਖ ਕੇ ਤਾਂ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਆ ਮਨ ਵਿੱਚ। ਕੀ ਸਮਾਂ ਸੀ ਉਹ! ਉਂਝ ਤਾਂ ਸ਼ਹੀਦਾਂ ਦੀਆਂ ਚਿਤਾਵਾਂ ਤੇ ਮੇਲੇ ਲੱਗਦੇ ਆ, ਪਰ ਇਹਨਾਂ ਸ਼ਹੀਦਾਂ ਦੀ ਯਾਦਗਾਰ ਵੇਖਣ ਨੂੰ ਰੋਜ਼ ਸੈਂਕੜੇ ਲੋਕ ਆਉਂਦੇ ਨੇ। ਅੱਜ ਖੌਰੇ ਕੋਈ ਜਲਸਾ ਹੋ ਰਿਹਾ ਅੰਦਰ, ਬੜੇ ਲੋਕ ਜਾ ਰਹੇ ਆ ਦਵਾ ਦਵ, ਲਾਊਡ ਸਪੀਕਰ ਦੀ ਆਵਾਜ਼ ਵੀ ਆ ਰਹੀ ਹੈ ਤੇ ਦੇਸ਼ ਭਗਤੀ ਦਾ ਕੋਈ ਗੀਤ ਵੀ ਲੱਗਿਆ ਹੋਇਆ। ਚੱਲ ਬਈ ਛੇਤੀ, ਕਿੱਧਰ ਨੂੰ? ਚੌਂਕ ਬਾਬਾ ਸਾਹਿਬ। ਉਹ ਗੱਲ ਕਰਨ ਤੋਂ ਪਹਿਲਾਂ ਹੀ ਰਿਕਸ਼ੇ ਵਿੱਚ ਬੈਠ ਚੁੱਕਾ ਸੀ। ਬੜਾ ਘਬਰਾਇਆ ਹੋਇਆ ਸੀ ਉਹ। 40-50 ਸਾਲ ਦੀ ਉਮਰ ਲੱਗਦੀ ਸੀ ਉਹਦੀ। ਚਿੱਟੇ ਕੱਪੜੇ ਖੱਦਰ ਦੇ ਤੇ ਸਿਰੋਂ ਨੰਗਾ, ਹੱਥ ਵਿੱਚ ਇੱਕ ਥੈਲਾ ਸੀ ਉਹਦੇ। ਤੇ ਉਹ ਵਿਅਕਤੀ ਕਹਿਣ ਲੱਗਾ, ਬਈ ਜਲਦੀ ਚਲਾ ਰਿਕਸ਼ਾ।
ਗੱਲ ਕੀ ਹੈ ਜੀ, ਬੜੇ ਘਬਰਾਏ ਹੋਏ ਹੋ? ਮੇਰੇ ਪਿਤਾ ਜੀ ਬਿਮਾਰ ਨੇ ਬਹੁਤ। ਕੀ ਗੱਲ ਹੈ ਉਹਨਾਂ ਨੂੰ? ਅੱਜ ਸਵੇਰੇ ਵੇਸਣ ਵਾਲੀ ਰੋਟੀ ਖਾਧੀ ਸੀ, ਉਸ ਤੋਂ ਬਾਅਦ ਉਲਟੀਆਂ ਹੀ ਬੰਦ ਨਹੀਂ ਹੋਈਆਂ। ਵੇਸਣ ਵਿੱਚ ਕੋਈ ਨੁਕਸ ਹੋਊਗਾ। ਕੀ ਪਤਾ ਕਿਸ ਵਿੱਚ ਨੁਕਸ ਹੈ। ਜਿਹੜਾ ਟੀਕਾ ਲਗਵਾਇਆ ਸੀ ਸਵੇਰੇ ਛੇਤੀ ਵਿੱਚ, ਡਾਕਟਰ ਕਹਿੰਦਾ ਹੈ ਕਿ ਉਹ ਅਸਲੀ ਨਹੀਂ ਸੀ, ਨਹੀਂ ਤਾਂ ਹੁਣ ਤੱਕ ਆਰਾਮ ਆ ਹੀ ਜਾਂਦਾ। ਤਾਂ ਇਸ ਤਰ੍ਹਾਂ ਉਹ ਜਿਹੜੀ ਸਵਾਰੀ ਹੈ, ਕੋਈ ਵਿਅਕਤੀ ਹੈ, ਜਿਹੜਾ ਕੋਈ ਮਰਦ ਬੈਠਾ ਹੋਇਆ ਉਹਦੇ ਰਿਕਸ਼ੇ ਤੇ, ਜਿਸਦਾ ਕਿ ਪਿਤਾ ਬਿਮਾਰ ਹੈ, ਉਸ ਦੇ ਨਾਲ ਗੱਲਾਂ ਕਰਦਾ ਕਰਦਾ ਬੰਤਾ ਹੈ ਜਿਹੜਾ ਉਹ ਅੱਗੇ ਪਹੁੰਚ ਜਾਂਦਾ ਹੈ। ਫਿਰ ਉਹ ਸੋਚਦਾ ਹੈ, ਨਹੀਂ ਨਹੀਂ ਬੰਤਿਆ, ਇਹ ਨਹੀਂ ਠੀਕ। ਇੱਕ ਦੇਸ਼ ਭਗਤ ਇੰਜ ਮਰ ਜਾਏ, ਇਹ ਨਹੀਂ ਹੋਣਾ ਚਾਹੀਦਾ। ਸ਼ਹੀਦਾਂ ਦੀਆਂ ਚਿਤਾਵਾਂ ਤੇ ਮੇਲੇ ਹਰ ਵਰੇ ਠੀਕ ਹੈ, ਪਰ ਇਹ ਦੇਸ਼ ਭਗਤ, ਇਹ ਦੇਸ਼ ਨੂੰ ਪਿਆਰ ਕਰਨ ਵਾਲੇ, ਬਸ ਕੁਝ ਨਾ ਸੋਚ ਬੰਤਿਆ, ਚਲਾਈ ਜਾ ਰਿਕਸ਼ਾ। ਨਹੀਂ ਜੀ, ਪੈਸੇ ਲੈਣੇ ਨਹੀਂ ਠੀਕ। ਉਸ ਵਿਅਕਤੀ ਤੋਂ ਪੈਸੇ ਲੈਣ ਵਾਸਤੇ ਮਨਾ ਕਰ ਦਿੰਦਾ ਹੈ। ਬੰਤਿਆ ਤੂੰ ਵੀ ਚੱਲ ਮਗਰੇ ਮਗਰ ਇਸ ਦੇ, ਕਰਿਆ ਦਰਸ਼ਨ ਉਹਨਾਂ ਦੇ। ਸਵੇਰ ਦਾ ਨਾ ਤੂੰ ਕਿਸੇ ਮੰਦਰ ਗਿਆ ਨਾ ਗੁਰਦੁਆਰੇ, ਵੇਲ ਹੀ ਨਹੀਂ ਮਿਲਦਾ। ਕਰੇ ਵੀ ਕੀ ਬੰਦਾ, ਹੁਣ ਤਾਂ ਵੇਲ ਹੈ, ਚਲਿਆ ਜਾ ਗਲੀ ਵਿੱਚ ਉਸਦੇ ਮਗਰ ਮਗਰ। ਪਰ ਬੰਤਿਆ ਤੂੰ ਹੈ ਕੌਣ? ਕੀ ਹੈਸੀਅਤ ਹੈ ਤੇਰੀ? ਕਿਵੇਂ ਜਾਏਗਾ ਉਸਦੇ ਘਰ? ਕੱਪੜੇ ਵੇਖ, ਆਪਣੀ ਔਕਾਤ ਵੇਖ, ਐਵੇਂ ਨਾ ਛਾਲਾਂ ਮਾਰ। ਕਿਸੇ ਨੇ ਬਾਤ ਨਹੀਂ ਪੁੱਛਣੀ, ਤੇ ਤੂੰ ਪਹੀਏ ਵਾਂਗ ਹੈ, ਜਿੰਨਾ ਚਿਰ ਚੱਲਦਾ ਰਹੇਗਾ ਠੀਕ ਹੈ, ਜਦੋਂ ਰੁਕ ਗਿਆ ਤੈਨੂੰ ਚੁੱਕ ਕੇ ਖੂੰਜੇ ਵਿੱਚ ਲਗਾ ਦੇਣਗੇ। ਪਾਗਲ ਹੋ ਜਾਏਗਾ ਨਹੀਂ ਤੇ। ਪਰ ਬੰਤਿਆ ਇਹ ਦੱਸ, ਪਾਗਲ ਕਿਉਂ ਹੋ ਜਾਂਦਾ ਏ ਬੰਦਾ? ਨਾਲੇ ਕਿਵੇਂ ਪਤਾ ਲੱਗਦਾ ਏ ਕਿ ਫਲਾਣਾ ਪਾਗਲ ਹੈ? ਤੂੰ ਕੀ ਲੈਣਾ ਇਹ ਪੁੱਛ ਕੇ, ਆਪਣਾ ਕੰਮ ਕਰੀ ਜਾ। ਇਹ ਸੋਚਦਾ ਹੋਇਆ ਬੰਤਾ ਹਜੇ ਇਹ ਗੱਲ ਸੋਚ ਹੀ ਰਿਹਾ ਸੀ ਕਿ ਉਹ ਵਿਅਕਤੀ ਉਸਨੂੰ ਕਹਿ ਦਿੰਦਾ ਹੈ ਕਿ ਭਾਊ ਰਿਕਸ਼ਾ ਰੋਕੀ। ਜਾਣਾ ਕਿੱਥੇ ਹੈ ਤੁਸੀਂ? ਚਾਟੀ ਪਿੰਡ ਦੇ ਦਰਵਾਜ਼ੇ ਤੱਕ ਜਾਣਾ ਹੈ, ਅੱਗੋਂ ਆਪਾਂ ਤਰਨ ਤਾਰਨ ਦੀ ਬੱਸ ਫੜ ਲੈਣੀ ਹੈ, 60 ਪੈਸੇ ਲੱਗਣਗੇ, ਸੋਚ ਲਵੋ। ਇਸੇ ਤਰ੍ਹਾਂ ਹੀ ਉਹ ਇੱਕ ਹੋਰ ਵਿਅਕਤੀ ਨੂੰ, ਜਿਹੜਾ ਕਿ ਚਾਟੀ ਪਿੰਡ ਦੇ ਦਰਵਾਜ਼ੇ ਤੱਕ ਜਾਣਾ ਚਾਹੁੰਦਾ ਹੈ, ਉਹਦੇ ਨਾਲ ਪੈਸਿਆਂ ਦੀ ਗੱਲ ਖੋਲਣੀ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਰਿਕਸ਼ੇ ਦੇ ਉੱਪਰ ਉਸਨੂੰ ਬਿਠਾ ਲੈਂਦਾ ਹੈ। ਫਿਰ ਬੰਤਾ ਆਪਣੇ ਮਨ ਦੇ ਵਿੱਚ ਕੀ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਕਈਆਂ ਸਵਾਰੀਆਂ ਦੀਆਂ ਗੱਲਾਂ ਸੁਣ ਕੇ ਚਿੱਤ ਜਿਹਾ ਕਰਾਰਾ ਹੋ ਜਾਂਦਾ। ਬੰਤਿਆ ਬੰਦਾ ਹੋਵੇ ਤਾਂ ਹਸਮੁਖ ਹੋਵੇ, ਇਉਂ ਨਾ ਜਾਪੇ ਜਿਵੇਂ ਰੱਬ ਦੀ ਮਕਾਨ ਆਇਆ ਹੋਵੇ। ਹੁਣ ਚੱਲਦਾ ਹੀ ਬੰਤਿਆ ਕਿ ਰੁਕੀਏ ਥੋੜਾ ਜਿਹਾ। ਧੁੱਪ ਕਿੰਨੀ ਨਿੱਘੀ ਲੱਗ ਰਹੀ ਹੈ ਠਰੇ ਹੋਏ ਹੱਡਾਂ ਨੂੰ। ਨਿੱਘ ਤਾਂ ਆਪਾਂ ਨੂੰ ਆਉਂਦਾ ਹੀ ਨਹੀਂ, ਨਾ ਰਾਤ ਨਾ ਦਿਨੇ। ਹੱਥ ਤਾਂ ਪੂਰੀ ਤਰ੍ਹਾਂ ਸਿੱਧੇ ਹੀ ਨਹੀਂ ਹੁੰਦੇ। ਲੈ ਹੁਣ ਪਤਾ ਹੈ ਕੋਈ ਇਹਨਾਂ ਉਂਗਲਾਂ ਨੂੰ ਕਿ ਧੁੱਪ ਨਿਕਲੀ ਹੋਈ ਹੈ, ਉਵੇਂ ਦੀਆਂ ਉਵੇਂ ਨੇ, ਆਕੜੀਆਂ ਹੋਈਆਂ ਸੁੱਕੀਆਂ ਲੱਕੜਾਂ ਵਾਂਗ ਜਾਪਦੀਆਂ ਨੇ। ਖੁਸ਼ਕੀ ਬੜੀ ਹੋ ਗਈ ਹੈ ਹੱਥਾਂ ਨੂੰ, ਥਾਂ ਥਾਂ ਤੋਂ ਉਖੜ ਗਈ ਹੈ ਚਮੜੀ। ਐ ਵੇਖ ਨਾ ਕਿਵੇਂ ਮਾਝਾਂ ਲਾ ਰਿਹਾ ਡੋਰ ਨੂੰ। ਇਹਦੇ ਹੱਥ ਵੀ ਮੇਰੇ ਵਰਗੇ ਹੀ ਨੇ, ਕਾਲੇ ਕਾਲੇ ਤੇ ਸੁੱਕੇ ਸੁੱਕੇ। ਕਿਰਤੀਆਂ ਦੇ ਹੱਥ ਤਾਂ ਕੰਮ ਕਰਦੇ ਹੀ ਸੋਹਣੇ ਲੱਗਦੇ ਨੇ। ਵੇਖ ਨਾ ਕਿਵੇਂ ਚੱਲ ਰਿਹਾ ਹੈ ਇਹਦਾ ਮਾਝੇ ਨਾਲ ਨਿਬੜਿਆ ਹੋਇਆ ਹੱਥ। ਡੋਰ ਉੱਤੇ ਕਿੰਨੀਆਂ ਰੰਗ ਬਰੰਗੀਆਂ ਡੋਰਾਂ ਨੇ, ਲਾਲ ਪੀਲੀਆਂ ਨੀਲੀਆਂ। ਗੁੱਡੀਆਂ ਦੀ ਰੁੱਤ ਹੈ ਬਈ ਬੰਤਿਆ, ਕਿਉਂ ਨਾ ਲੱਗਣ ਡੋਰਾਂ। ਉਹ ਆ ਰਹੀਆਂ ਨੇ ਦੋ ਕਾਕੀਆਂ, ਕਿੱਦਾਂ ਦੇ ਕੱਪੜੇ ਪਾਏ ਹੋਏ ਨੇ ਇਹਨਾਂ ਨੇ, ਉਂਝ ਫੱਬਦੇ ਬਹੁਤ ਹੈ ਇਹਨਾਂ ਦੇ। ਚੱਲਣਾ ਹੀ ਚਿੱਤਰਾ ਟਾਕੀ? ਬੈਠੋ। ਕਿੰਨੇ ਪੈਸੇ? ਜੋ ਮਰਜ਼ੀ ਦੇ ਦੇਣਾ। ਨਹੀਂ ਪਹਿਲਾਂ 10 75 ਪੈਸੇ। 50 ਦੇਵਾਂਗੀਆਂ, ਅੱਗੇ ਇੰਨੇ ਹੀ ਦਿੰਨੇ ਆ। ਚਲੋ ਜੀ, ਜੋ ਅੱਗੇ ਦਿੰਨੇ ਉਹੀ ਦੇ ਦੇਣਾ। ਮੈਂ ਉਹਨਾਂ ਨੂੰ ਬਿਠਾ ਕੇ ਜਦੋਂ ਰਿਕਸ਼ਾ ਚਲਾਉਣ ਲੱਗਿਆ ਤਾਂ ਮੈਨੂੰ ਜਾਪਿਆ ਜਿਵੇਂ ਖਾਲੀ ਹੀ ਲਿਜਾ ਰਿਹਾ ਹੋਵਾਂ। ਉਂਝੋ 2 ਜਣੀਆਂ ਸਨ, ਪਰ ਭਾਰ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਦੀਆਂ ਸਵਾਰੀਆਂ ਕੋਲੋਂ ਤਾਂ ਭਾਵੇਂ 50 ਪੈਸੇ ਹੀ ਮਿਲ ਜਾਣ, ਘੱਟ ਨਹੀਂ। ਇੰਨਾ ਹਲਕਾ ਸਰੀਰ ਵੀ ਕੀ ਹੋਇਆ, ਇੱਧਰੋਂ ਹਵਾ ਆਈ ਤੇ ਉੱਧਰ ਉਡਾ ਕੇ ਲੈ ਗਈ। ਜਲਦੀ ਚਲਾ ਰਿਕਸ਼ਾ, ਸਾਨੂੰ ਦੇਰ ਹੋ ਰਹੀ ਏ। ਰੰਜੂ ਜੇ ਪਿਕਚਰ ਸ਼ੁਰੂ ਹੋ ਗਈ ਤਾਂ ਬਿਲਕੁਲ ਸਵਾਦ ਨਹੀਂ ਆਉਣਾ। ਪਹਿਲਾ ਸੀਨ ਤਾਂ ਬਹੁਤ ਹੀ ਇੰਪੋਰਟੈਂਟ ਹੁੰਦਾ ਏ। ਕਈ ਵਾਰ ਤਾਂ ਪਹਿਲਾਂ ਗਾਣਾ ਹੀ ਸ਼ੁਰੂ ਹੋ ਜਾਂਦਾ ਏ। ਹਾਏ ਕਿੰਨੀ ਹੌਲੀ ਹੌਲੀ ਚਲਾ ਰਿਹਾ ਰਿਕਸ਼ਾ। ਤੂੰ ਹੀ ਆ ਗਈ ਇੱਧਰ, ਮੈਂ ਤਾਂ ਕੋਈ ਦੂਸਰਾ ਰਿਕਸ਼ਾ ਵੇਖਣ ਚੱਲੀ ਸੀ। ਮੈਨੂੰ ਕੀ ਪਤਾ ਸੀ ਹੁਣ ਗੈਲਰੀ ਦੀ ਟਿਕਟ ਨਹੀਂ ਮਿਲਣੀ, ਥੱਲੇ ਹਾਲ ਵਿੱਚ ਹੀ ਬੈਠਣਾ ਪਊ। ਮੈਂ ਤਾਂ ਨਹੀਂ ਬੈਠਣਾ ਹਾਲ ਵਿੱਚ, ਮੁੜਨਾ ਨਹੀਂ ਹੁਣ ਅਸੀਂ। ਜਿਹੜੀ ਟਿਕਟ ਮਿਲ ਗਈ ਠੀਕ ਹੈ, ਸਾਨੂੰ ਡਰੀ ਨਹੀਂ ਮਾਰੀ ਹੋਈ ਕਿਸੇ ਦੀ। ਜੇ ਡਰੇਂਗੀ ਤਾਂ ਮਰੇਂਗੀ। ਫਿਰ ਬੰਤਾ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਠੀਕ ਹੈ ਬੰਤਿਆ, ਜੇ ਡਰੇਗਾ ਤਾਂ ਮਰੇਗਾ, ਬਸ ਡਰਿਆ ਨਾ ਕਰ ਕਿਸੇ ਕੋਲੋਂ। ਆਪਾਂ ਅੱਗੇ ਕਿਹੜਾ ਡਰਦੇ ਆ ਕਿਸੇ ਕੋਲੋਂ, ਆਪਣੀ ਮਰਜ਼ੀ ਕਰੀਦੀ ਆ ਹਮੇਸ਼ਾ। ਜੋ ਜੀ ਕਰੇ ਖਾਈਦਾ ਪੀਦਾ, ਬਸ ਆਪਾਂ ਰੱਬ ਦੀ ਜੰਨ ਆਏ ਹੋਏ ਆ, ਕਰਾਂਗੇ ਮੌਜਾਂ। ਹੁਣ ਤਾਂ ਵਕਤ ਹੀ ਨਹੀਂ ਮਿਲਦਾ। ਸਾਰਾ ਦਿਨ ਰਿਕਸ਼ਾ ਚਲਾ ਚਲਾ ਕੇ ਟੁੱਟ ਜਾਂਦਾ ਸਰੀਰ। ਰਾਤੀ ਰੋਟੀ ਖਾ ਕੇ ਸੌਂ ਜਾਂਦੇ ਆ, ਬੱਚੇ ਤੰਗ ਕਰਨ ਲੱਗ ਪੈਂਦੇ ਆ। ਕੋਈ ਕਹਿੰਦਾ ਮੈਂ ਇਹ ਲੈਣਾ, ਕੋਈ ਕਹਿੰਦਾ ਮੈਂ ਉਹ ਲੈਣਾ। ਆਪਾਂ ਵੀ ਨਾ ਨਹੀਂ ਕਰੀਦੀ, ਦਿਲ ਟੁੱਟ ਜਾਂਦਾ ਏ ਬੱਚੇ ਦਾ। ਚੀਜ਼ ਭਾਵੇਂ ਲੈ ਕੇ ਦਈਏ ਭਾਵੇਂ ਨਾ, ਪਰ ਨਾ ਨਹੀਂ ਕਰੀਦੀ।
ਨਾ ਤਾਂ ਆਪਾਂ ਕਦੀ ਭਲੀ ਲੋਕ ਨੂੰ ਵੀ ਨਹੀਂ ਕੀਤੀ, ਬਸ ਲਿੱਸੀ ਹੋਈ ਜਾਂਦੀ ਹੈ ਦਿਨੋਂ ਦਿਨ। ਪਤਾ ਨਹੀਂ ਕਾਹਦਾ ਗਮ ਲੱਗਿਆ ਹੋਇਆ ਉਹਨੂੰ। ਆਪਾਂ ਤਾਂ ਕਦੀ ਨਹੀਂ ਝੁਰਦੇ ਕਿਸੇ ਉੱਤੇ। ਜੋ ਤਕਦੀਰ ਵਿੱਚ ਹੈਗਾ ਹੈ ਉਹ ਤਾਂ ਮਿਲ ਹੀ ਜਾਣਾ ਹੈ, ਫਿਰ ਕਿਉਂ ਬੰਦਾ ਐਵੇਂ ਸੋਚਾਂ ਵਿੱਚ ਡੁੱਬਿਆ ਰਵੇ। ਰੋਟੀ ਮਿਲ ਹੀ ਜਾਂਦੀ ਹੈ 2 ਟਾਈਮ ਦੀ। ਹਾਂ, ਕੱਪੜੇ ਨਹੀਂ ਬਣਦੇ ਸੌਖ ਨਾਲ। ਹੁਣ ਕਿੰਨੇ ਦਿਨਾਂ ਤੋਂ ਭਲੀ ਲੋਕ ਮਗਰ ਪਈ ਹੋਈ ਹੈ ਕਿ ਝੱਗਾ ਪਾਟ ਗਿਆ, ਹੋਰ ਸਵਾ ਦੇ, ਝੱਗਾ ਪਾਟ ਗਿਆ। ਬਣ ਜਾਵੇਗਾ ਨਵਾਂ ਝੱਗਾ। ਕੀ ਹੋਇਆ ਪਹਿਲੇ ਨੂੰ? 1-2 ਥਾਵਾਂ ਤੋਂ ਜ਼ਰੂਰ ਖੁੱਸਿਆ। ਇੰਨੀ ਗੱਲ ਵਿੱਚ ਤਾਂ ਨਹੀਂ ਨਾ ਸੁੱਟੀ ਦਾ। ਪਰਸੋਂ ਐਵੇਂ ਟਾਕੀਆਂ ਲਾਈ ਫਿਰੇ 2-3 ਥਾਈਂ। ਉਸ ਦਿਨ ਬੋਲੀ ਨਹੀਂ ਮੇਰੇ ਨਾਲ। ਨਹੀਂ ਬੋਲਦੀ ਨਾ ਬੋਲੇ, ਮੇਰੇ ਕੋਲ ਵੇਲ ਵੀ ਨਹੀਂ ਬੋਲਣ ਦੀ। ਅਗਲੇ ਦਿਨ ਆਪੇ ਭੱਜੀ ਭੱਜੀ ਗੱਲਾਂ ਕਰਨ ਲੱਗ ਪਈ, ਫਿਰ ਰੋਣ ਲੱਗ ਪਈ ਤੇ ਫਿਰ ਚੁੱਪ ਹੀ ਨਾ ਕਰੇ। ਮੈਂ ਕਿਹਾ ਦਿਲ ਰੱਖ, ਮੁੰਡਾ ਵੱਡਾ ਹੋ ਰਿਹਾ, ਛੇਤੀ ਹੀ ਮੇਰਾ ਹੱਥ ਵਟਾਉਣ ਲੱਗ ਜਾਵੇਗਾ, ਫਿਰ ਨਿਕਲ ਜਾਊ ਸਾਰਾ ਘਰ ਦਾ ਦਲਿੱਦਰ। ਕਹਿਣ ਲੱਗੀ, ਅਜੇ ਅੱਜ ਕੀ ਕੱਲ, ਕੀ ਉਮਰ ਹੈ ਉਸਦੀ? ਠੀਕ ਹੀ ਕਹਿੰਦੀ ਸੀ ਉਹ, ਕੀ ਉਮਰ ਹੈ ਹਾਲੇ ਫੁੰਮਣ ਦੀ। ਮੈਂ ਉਸਨੂੰ ਪੜ੍ਹਾਵਾਂਗਾ, ਲਿਖਾਵਾਂਗਾ, 14 ਜਮਾਤਾਂ ਪਾਸ ਕਰਾਵਾਂਗਾ। ਮੇਰਾ ਪੁੱਤਰ ਘੱਟ ਤਾਂ ਨਹੀਂ ਕਿਸੇ ਕੋਲੋਂ। ਪੜ੍ਹੇ ਜਿੰਨਾ ਉਹਦਾ ਜੀ ਕਰਦਾ ਪੜ੍ਹੇ, ਮੈਂ ਉਸਨੂੰ ਨਹੀਂ ਰੋਕਣਾ। ਉਹ ਜ਼ਿੰਦਗੀ ਵਿੱਚ ਕੁਛ ਮਰਜ਼ੀ ਬਣ ਜਾਏ, ਸਾਡਾ ਕੀ ਹੈ। ਬੱਚੋ ਇੰਨੇ ਜਿਹੜੀਆਂ ਕੁੜੀਆਂ ਉਸਦੇ ਪਿੱਛੇ ਬੈਠੀਆਂ ਹੋਈਆਂ ਸੀ, ਉਹਨਾਂ ਦੀ ਸਟਾਪੇਜ ਆ ਜਾਂਦੀ ਹੈ ਤੇ ਉਹ ਕੁੜੀਆਂ ਕਹਿ ਦਿੰਦੀਆਂ ਨੇ ਕਿ ਸਾਨੂੰ ਇੱਥੇ ਉਤਾਰ ਦਿਓ। ਕਿਸੇ ਚੀਜ਼ ਦਾ ਤੋੜਾ ਮੁੱਕ ਗਿਆ ਬੰਤਿਆ, ਚੱਲ ਕੋਈ ਨਹੀਂ, ਐਵੇਂ ਨਾ ਘਬਰਾਇਆ ਕਰ, ਸਾਰੇ ਕੰਮ ਤਾਂ ਚੱਲਦੇ ਹੀ ਪਏ ਆ ਦੁਨੀਆ ਦੇ। ਦੱਸ, ਕਾਰਾਂ ਬੰਦ ਹੋਈਆਂ ਕਿ ਸਿਨੇਮੇ ਬੰਦ ਹੋਏ ਨੇ? ਚੀਜ਼ਾਂ ਕਿਤੋਂ ਨਾ ਕਿਤੋਂ ਲੈ ਹੀ ਆਉਂਦੇ ਆ ਲੋਕ। ਹੁਣ ਭਾਣ ਦੇ ਤੋੜਦਾ ਹੀ ਆ, ਰੁਪਈਆ ਦਿਓ ਤੇ 90 ਪੈਸੇ ਲਓ ਉਹ ਹਟਵਾਣੀਏ ਤੋਂ, ਭਾਵੇਂ 100 ਰੁਪਏ ਦਾ ਭਾਣ ਲੈ ਲਓ। ਕਿਸੇ ਚੀਜ਼ ਦੀ ਥੋੜ੍ਹਾ ਸਾਡੇ ਮੁਲਕ ਵਿੱਚ। ਸੋਨੇ ਦੀ ਚਿੜੀ ਹੈ, ਐਵੇਂ ਤਾਂ ਨਹੀਂ ਕਹਿੰਦੇ ਲੋਕ। ਹਾਲੇ ਵੀ ਇਹ ਸੋਨੇ ਦੀ ਚਿੜੀ ਹੈ। ਪਈ ਜਾਣ ਜਿੰਨਾ ਰੌਲਾ ਪਾਉਂਦੇ ਆ ਲੋਕ ਕਿ ਅੰਗਰੇਜ਼ ਸਾਨੂੰ ਲੁੱਟ ਕੇ ਲੈ ਗਏ। ਕਿੰਨਾ ਕੁ ਲੁੱਟ ਲਿਆ ਹੋ ਉਹਨਾਂ ਨੇ? ਸਭ ਕੁਝ ਉਂਝ ਦਾ ਉਂਝ ਤਾਂ ਪਿਆ ਹੈ। ਕੀ ਹੋਇਆ ਜੇ ਸਾਡੇ ਕੋਲ ਨਹੀਂ ਬੰਤਿਆ? ਸਾਡੇ ਭਰਾਵਾਂ ਕੋਲ ਤਾਂ ਹੈਗਾ ਨਾ। ਹਾਲ ਗੇਟ ਉੱਥੋਂ ਨੇੜੇ ਹੀ ਸੀ। ਗੇਟ ਤੋਂ ਬਾਹਰ ਖੜੇ ਰਿਕਸ਼ੇ ਤੇ ਉੱਥੇ ਮੈਂ ਵੀ ਜਾ ਖੜਾ ਹੋਇਆ। ਆਪਣਾ ਰਿਕਸ਼ਾ ਉਹਨਾਂ ਦੇ ਕੋਲ ਖੜਾ ਲਿਆ। ਧੁੱਪ ਚੰਗੀ ਤਿੱਖੀ ਹੋ ਗਈ ਸੀ। ਰੋਜ਼ ਨਾਲੋਂ ਪਹਿਲਾਂ ਹੀ ਨਜ਼ਰ ਆ ਗਿਆ ਸੀ ਸੂਰਜ। ਕਈ ਦਿਨ ਤਾਂ 2 ਵਜੇ ਤੋਂ ਪਹਿਲਾਂ ਸੂਰਜ ਹੀ ਨਹੀਂ ਸੀ ਆਉਂਦਾ। ਤਾਂ ਬੱਚੋ, ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਨ ਲੱਗੇ ਹਾਂ। ਅਸੀਂ 10 ਪੇਜ ਹੋਰ ਪੜ੍ਹ ਲਏ ਨੇ, 3 ਵੀਡੀਓਜ਼ ਕੁੱਲ ਆ ਚੁੱਕੀਆਂ ਨੇ ਤੇ ਹੇਠਾਂ ਪਹਿਲਾਂ ਵਾਲੀਆਂ ਵੀਡੀਓਜ਼ ਦੀ ਜਿਹੜੀ ਹੈਗੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ। ਜੇਕਰ ਤੁਸੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਲਿੰਕ ਦੇ ਉੱਪਰ ਕਲਿੱਕ ਕਰ ਦਿਓ। ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਫਿਰ। ਗੁੱਡ ਬਾਏ।